अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਸਰ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਸਾਡੇ ਇਲਾਕੇ ਵਿੱਚ ਬਕਾਇਦਗੀ ਨਾਲ ਸੀਜ਼ਨ ਸ਼ੁਰੂ ਹੋ ਗਿਆ ਮੂੰਜੀ ਦੀ ਕਟਾਈ ਦਾ ਤੇ ਬੈਕ ਸਾਈਡ ਤੇ ਜਨਾਬ ਛੋਟੀ ਮਸ਼ੀਨ ਕਟਾਈ ਕਰਦੀ ਪਈ ਹੈ ਤੇ ਉਹਦੇ ਮਾਲਕ ਸਾਡੇ ਨਾਲ ਮੌਜੂਦ ਨੇ। ਉਹਨਾਂ ਨਵੀਂ ਮਸ਼ੀਨ ਖਰੀਦੀ ਹੈ ਤੇ ਮੈਂ ਜਨਾਬ ਤੁਹਾਡੇ ਵੱਲੋਂ ਤੇ ਆਪਣੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਮਜ਼ੀਦ ਉਹਨਾਂ ਕੋਲ ਮਸ਼ੀਨ ਦੇ ਬਾਰੇ ਮਾਲੂਮਾਤ ਲੈਣੇ, ਕਟਾਈ ਦੇ ਬਾਰੇ ਮਾਲੂਮਾਤ ਲੈਣੇ ਆ ਤੇ ਕੀ ਹਿਸਾਬ ਕਿਤਾਬ ਚੱਲਦਾ ਪਿਆ ਤੇ ਪੈਦਾਵਾਰ ਕਿੰਨੀ ਨਿਕਲਦੀ ਪਈ ਹੈ, ਇਹ ਸਾਰੀਆਂ ਗੱਲਾਂ ਪੁੱਛਣੇ ਆ। ਤੇ ਸਾਡਾ ਇਲਾਕਾ ਜਨਾਬ ਤਹਿਸੀਲ ਦੀਪਾਲਪੁਰ ਤੇ ਜ਼ਿਲ੍ਹਾ ਉਕਾੜਾ ਹੈ, ਕਿਉਂਕਿ ਕਾਫੀ ਦੋਸਤ ਕਹਿੰਦੇ ਨੇ ਵੀ ਇਲਾਕਾ ਕਿਹੜਾ ਹੈ ਤੇ ਮੈਂ ਕਹਾ ਜੀ ਲੱਗਦੇ ਬਸ ਇਹ ਵੀ ਦੱਸ ਦੇਵਾਂ। ਪੰਜਾਬ ਜ਼ਿਲ੍ਹਾ ਉਕਾੜਾ ਤਹਿਸੀਲ ਦੀਪਾਲਪੁਰ ਤੇ ਸਾਡੇ ਇਲਾਕੇ 'ਚ ਕਟਾਈਆਂ ਸ਼ੁਰੂ ਨੇ ਈਰੀ ਫਾਈਨਾਂ ਦੀਆਂ ਵੀ ਤੇ ਹਾਈਬ੍ਰਿਡ ਮੂੰਜੀ ਦੀ ਵੀ। ਤੇ ਆਓ ਚਲੀਏ ਗੱਲ ਕਰੀਏ। अस्सलाम वालेकुम जी। जी वालेकुम सलाम। ਮੁਹੰਮਦ ਅਹਿਮਦ ਭਾਈ ਕੀ ਹਾਲ ਚਾਲ ਹੈ? ठीक है भाई बमूंगा। ਸਰ ਮੇਰੇ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕ ਹੋਵੇ। जी खैर हुआ। ਤੁਸੀਂ ਜਨਾਬ ਆਪਣੀ ਮਸ਼ੀਨ ਖਰੀਦ ਲਈ ਹੈ हाँ जी इंशाल्लाह। ਤੇ ਇਹ ਮੈਨੂੰ ਦੱਸੋ ਵੀ ਕਾਫੀ ਜ਼ਮੀਂਦਾਰ 100 ਏਕੜ ਵਾਲੇ 200 ਏਕੜ ਵਾਲੇ ਉਹਨਾਂ ਦਾ ਦਿਲ ਵੀ ਕਰਦਾ ਹੈ, ਅਕਸਰ ਮੈਥੋਂ ਵੀ ਪੁੱਛਦੇ ਨੇ ਵੀ ਮਸ਼ੀਨ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ। ਇਹ ਮੈਨੂੰ ਦੱਸੋ ਵੀ ਮਸ਼ੀਨ ਲਵਣ ਵਾਸਤੇ ਕਿਹੜੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਜਾਂ ਉਹਦਾ ਪਤਾ ਹੋਣਾ ਚਾਹੀਦਾ ਸਾਨੂੰ, ਤਾਂ ਜਾ ਕੇ ਪੰਗਾ ਲਈਏ ਵਰਨਾ ਨਾ ਲਈਏ। पहली गल भाई मुहम्मद अफजल भी जिमीदार सानू भी ये गल कहते भी असं मशीन ले लईए, लेकिन उन्होंने एक तजर्बा होना चाहिए। साढ़े को तजर्बा 15 ਤੋਂ 20 ਸਾਲ ਦਾ ਹੈ ਤੇ ਹੁਣ ਆਦੇ ਮਸ਼ੀਨ ਲਈ ਹੈ ਕਪੂਰਤਾ 4 ਟਾਪੀ। ਹਾਂਜੀ AR 52 4 ਟਾਪੀ। AR 52 4 ਟਾਪੀ ਉਹ ਵੀ ਮਸ਼ੀਨਾਂ ਵਾਲੇ ਜਿਹੜੇ ਮੇਰੇ ਕੋਲ ਆਉਂਦੇ ਨੇ ਬਰਾ ਗੁਜਰਾਂ ਵਾਲੇ ਚ ਸਿਆਲਕੋਟ ਨਾਰਵਾਲ ਚੋਂ, ਉਹਨਾਂ ਇਹ ਗੱਲ ਕੀਤੀ ਵੇਖ ਮਸ਼ੀਨ ਤੋਂ ਵੀ ਉਹਦੇ ਚ ਮੈਨੂੰ ਕੋਈ ਤਜਰਬਾ ਵੀ ਹੈ ਤੇ ਹੋਰ ਨਾਲ ਆ ਵੀ ਨਾਲ ਡਰਾਈਵਿੰਗ ਹੈ, ਸਾਰਾ ਸਿਸਟਮ ਪਤਾ ਹੈ ਜੀ। ਅੱਛਾ ਇਹ ਮੈਨੂੰ ਦੱਸੋ ਵੀ ਇਲੈਕਟ੍ਰੋਨਿਕ ਇੱਕ ਮਸ਼ੀਨ ਹੁੰਦੀ ਹੈ, ਇੱਕ ਮੈਨੂਅਲ ਹੁੰਦੀ ਹੈ, ਇਹ ਕਿਹੜੀ ਮਸ਼ੀਨ ਹੈ? ਇਹ ਇਲੈਕਟ੍ਰੋਨਿਕ ਆਪਾਂ ਲਿਆਂਦੇ ਜੀ। ਤੇ ਇਲੈਕਟ੍ਰੋਨਿਕ ਦੇ ਬਾਰੇ ਤੇ ਅਕਸਰ ਜਿਹੜੇ ਦੋਸਤ ਹੈਗੇ ਨੇ ਉਹ ਗਲਤ ਦੱਸਦੇ ਨੇ ਜਾਂ ਠੀਕ ਦੱਸਦੇ ਨੇ। ਉਹ ਕਹਿੰਦੇ ਨੇ ਵੀ ਇਹ ਬੜੀ ਖਤਰਨਾਕ ਮਸ਼ੀਨ ਹੈ, ਅਗਰ ਇਲੈਕਟ੍ਰੋਨਿਕ ਨੂੰ ਕੁਝ ਹੋ ਜਾਂਦਾ ਤਾਂ ਇਹਦਾ ਇਲਾਜ ਗੁਜਰਾਂਵਾਲ ਲਈ ਮੁਮਕਿਨ ਹੈਗਾ, ਜਾਂ ਅਗਰ ਉਹ ਤੁਸੀਂ ਲਿਆਓਗੇ ਤੇ 50,000 ਦਾ ਦੋਨੋਂ ਮਤਲਬ ਵੀ ਉਹ ਪੇ ਕਰਨਾ ਪਵੇਗਾ ਮਕੈਨਿਕ ਨੂੰ ਜੀ। ਉਹ ਜਿਹੜਾ ਹੈ ਨਾ ਇਲੈਕਟ੍ਰੋਨਿਕ ਮਸ਼ੀਨਰੀ ਜਿਹੜਾ ਕਰਦਾ ਹੈ ਉਹਦੇ ਨਾਲ ਵੀ ਰਾਬਤਾ ਹੈ, ਲੇਕਿਨ ਇਹ ਇਲੈਕਟ੍ਰੋਨਿਕ ਮਸ਼ੀਨ ਅੱਛੀ ਹੈ ਦੂਸਰੀ ਮੈਨੂਅਲ ਨਾਲ। ਨਾਲ ਹਾਂਜੀ, ਲੇਕਿਨ ਮੁxtਲਫ ਲੋਕਾਂ ਦੀ ਜਾਂ ਮਾਲਕਾਂ ਦੀ ਰਾਏ ਹੁੰਦੀ ਹੈ। ਜਿਨ੍ਹਾਂ ਕੋਲ ਮੈਨੂਅਲ ਹੈ ਉਹ ਕਹਿੰਦੇ ਨੇ ਮੈਨੂਅਲ ਅੱਛੀ ਹੈ, ਜਿਸ ਤਰੀਕੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਤਜਰਬੇ 'ਚ ਇਹ ਆਈ ਹੈ ਇਹ ਅੱਛੀ ਹੈ। ਮੈਨੂੰ ਉਹਨਾਂ ਦੋਸਤਾਂ ਨੇ ਮਸ਼ਵਰਾ ਦਿੱਤਾ ਹੈ ਵੀ ਮੈਨੂਅਲ ਲੈ ਲੈ, ਲੇਕਿਨ ਨਹੀਂ ਮੈਂ ਕਿਹਾ ਇਲੈਕਟ੍ਰੋਨਿਕ ਇਹ ਮਸ਼ੀਨ ਅੱਛੀ ਹੈ। ਅੱਛਾ ਕੀਮਤ ਵਿੱਚ ਕੋਈ ਫਰਕ ਹੈ ਮੈਨੂਅਲ ਦਾ ਤੇ ਇਲੈਕਟ੍ਰੋਨਿਕ ਦਾ? ਇਹ ਸਸਤੀ ਹੈ ਉਹ ਸਸਤੀ ਹੈ? 2-4 ਲੱਖ ਦਾ ਫਰਕ ਹੈ। ਇਹ ਸਸਤੀ ਹੈ, ਇਹ ਮਹਿੰਗੀ ਥੋੜੀ। ਅੱਛਾ ਇਹ ਮਹਿੰਗੀ ਹੈ। ਹਾਂਜੀ, ਤੇ ਇਹ ਕਿੰਨੇ ਦੀ ਆਈ ਹੈ? ਇਹ ਮੈਂ ਲੈਂਦੀ 35 ਲੱਖ ਰੁਪਏ ਦੀ। 35 ਲੱਖ ਦੀ ਲਿਆਂਦੀ ਹੈ ਤੇ ਇਹ 0 ਮੀਟਰ ਲਿਆਂਦੀ ਹੈ, ਚੱਲੀ ਵੀ ਲਈ ਹੈ? ਇਹ ਬਾਹਰ ਦੀ ਚੱਲੀ ਵੀ 800 ਘੰਟਾ ਤਕਰੀਬਨ ਚੱਲੀ ਵੀ ਪਈ ਜੀ। ਅੱਛਾ, ਹਾਂਜੀ। ਤੇ ਇਹਦੇ ਨਾਲ ਫਿਰ ਆਪਾਂ ਇੱਕ ਟਰੈਕਟਰ ਟਰਾਲੀ ਬਣਾਇਆ ਹੈ। ਇਹਦੇ ਨਾਲ ਇੱਕ ਟਰੈਕਟਰ ਟਰਾਲੀ ਆਦਾ ਬਣਾਇਆ ਜੀ। ਇਹ ਜ਼ਰੂਰੀ ਹੈ? ਇਹ ਜ਼ਰੂਰੀ ਹੈ, ਲਾਜ਼ਮੀ ਹੈ ਜੀ। ਤੇ ਇਸ ਤੋਂ ਇਲਾਵਾ ਮੈਨੂੰ ਦੱਸੋ ਵੀ ਮਸ਼ੀਨ ਤਾਂ ਬੰਦਾ ਲੈ ਲੈਂਦਾ ਹੈ, ਜੀ ਜੀ, ਫੀਲਡ ਦੇ ਬਾਰੇ ਕੀ ਤਜਰਬਾ ਹੋਣਾ ਚਾਹੀਦਾ ਹੈ? ਜਿਹੜਾ ਮਸ਼ੀਨ ਲੈਂਦਾ ਉਹਨੂੰ ਫੀਲਡ ਦਾ ਵੀ ਤਜਰਬਾ ਹੋਣਾ ਚਾਹੀਦਾ। ਜਿਵੇਂ ਸਾਡੇ ਕੋਲ ਤਕਰੀਬਨ 25 ਸਾਲ ਤੋਂ ਤਜਰਬਾ ਹੈ ਜੀ, ਤੇ ਤਾਂ ਮਸ਼ੀਨ ਲਈ। ਜਿਹਨੂੰ ਤਜਰਬਾ ਨਹੀਂ ਉਹਨੂੰ ਮਸ਼ੀਨ ਲੈਣੀ ਨਹੀਂ ਚਾਹੀਦੀ। ਮਤਲਬ ਤੁਹਾਡਾ ਤਲਕ ਵੀ ਹੈ, ਤਲਕ ਬਾਅਦ ਆਪਣੇ ਵੀ ਤਲਕ ਹੈ। ਤੇ ਤੁਸੀਂ ਮਸ਼ੀਨਾਂ ਵੱਡੀਆਂ ਵੀ ਚਲਾਉਂਦੇ ਹੋ, ਵੱਡੀਆਂ ਵੀ, ਛੋਟੀ ਵੀ ਚਲਾਉਂਦੇ ਹੋ? ਜੀ ਆਦੇ ਤਲਕ ਦੇ ਮਸ਼ੀਨਾਂ ਸਾਰੇ ਜ਼ਿਮੀਦਾਰਾਂ ਨਾਲ ਤਲਕ ਵੀ ਹੈ, ਉਹਨਾਂ ਨਾਲ ਤਾਵਣ ਵੀ ਹੈ। ਉਹ ਸਾਡੇ ਨਾਲ ਕਰਦੇ ਨੇ, ਅਸੀਂ ਉਹਨਾਂ ਨਾਲ ਕਰਦੇ। ਠੀਕ ਹੋ ਗਿਆ। ਅੱਛਾ ਹੁਣ ਮੈਨੂੰ ਦੱਸੋ ਵੀ ਹਾਲੀ ਤਕਰੀਬਨ ਸੀਜ਼ਨ ਤਾਂ ਆਪਣੇ ਪਾਸੇ ਸ਼ੁਰੂ ਹੈ, ਹਾਈਬ੍ਰਿਡ ਤੇ ਜਿਹੜੀ ਆਈ ਰਿਫਾਈਨ ਹੈ ਜੀ ਜੀ। ਇਹਦਾ ਰੇਟ ਕਿੰਨਾ ਲੈਂਦੇ ਪਏ ਹੋ ਇਹ ਕਟਾਈ ਦਾ ਜੀ? ਕਟਾਈ ਦਾ ਕਟਾਈ ਦਾ ਜਿਹੜਾ ਫੈਨ ਚੱਲਾ ਹੈ ਇਹਦਾ 12,000 ਰੁਪਇਆ 11,000 12,000 ਰੁਪਇਆ ਰੇਟ ਲੈ ਰਹੇ। ਜਿਸ ਤਰੀਕੇ ਇੱਥੇ 2 ਕਿੱਲੇ ਦੀ ਕਟਾਈ ਹੈ, ਹਾਂਜੀ, ਇੱਥੇ ਕਿੰਨਾ ਰੇਟ ਪੈਣਾ ਚੱਲਦਾ? 12,000 ਰੁਪਏ। 12,000। ਅਗਰ ਇੱਕ ਬੰਦਾ ਕਹਿੰਦਾ ਮੇਰੀ 10 ਕਿੱਲੇ 20 ਕਰੋ ਫਿਰ ਰੇਟ 1000-2000 ਲੈਸ ਹੋ ਸਕਦਾ ਹੈ। ਤੇ ਹਾਈਬ੍ਰਿਡ ਦੀ ਕੀ ਪੋਜੀਸ਼ਨ ਹੈ? ਹਾਈਬ੍ਰਿਡ ਹਾਲੀ ਜੀ ਪੋਜੀਸ਼ਨ ਜਿਹੜਾ ਅੱਗੇ 100 ਏਕੜ ਲਾਉਂਦਾ ਸੀ ਨਾ ਜ਼ਿਮੀਦਾਰ, ਉਹਨੇ ਐਤਕੀ ਲਾਇਆ 25 ਏਕੜ। ਹਾਈਬ੍ਰਿਡ ਹਾਲੀ ਤਿਆਰ ਨਹੀਂ ਹੋਇਆ, ਉਹ 15 ਦਿਨਾਂ ਤੱਕ ਤਿਆਰ ਹੋ ਜਾਏ। 15 ਦਿਨ ਤੱਕ ਤਿਆਰ ਹੋ ਜਾਸੀ। ਲੇਕਿਨ ਆਪਣੇ ਪਿੰਡ ਦੇ ਵਿੱਚ ਅਗਲੇ ਹਫਤੇ ਇਨਸ਼ਾਅੱਲਾ ਤਾਲਾ ਕਟਾਈ ਹੋਵੇਗੀ ਹਾਈਬ੍ਰਿਡ ਦੀ। 12 ਦਿਨ 15 ਦਿਨ ਇੰਨੇ ਤਕਰੀਬਨ ਲੱਗ ਜਾਣੇ ਨੇ। ਡਾਇਮੰਡ 103 ਵੀ ਜਿਹੜੇ ਨੇ ਤਕਰੀਬਨ ਤਿਆਰ ਨੇ, ਜਿਸ ਤਰੀਕੇ ਬੈਕ ਜਿਹੜੀ ਹੈ ਨਾ ਤਿਆਰ ਹੁੰਦੀ ਪਈ ਹਾਲੀ। ਮਤਲਬ ਆਪਾਂ 9 ਵੀ ਸ਼ੁਰੂ ਹੋ ਜਾਣੀ ਹੈ ਹਾਈਬ੍ਰਿਡ ਦੀ, ਸ਼ੁਰੂ ਹਫਤੇ ਦੇ ਵਿੱਚ 15 ਦਿਨ 9 ਸ਼ੁਰੂ 15 ਵੀ ਸ਼ੁਰੂ ਹੋ ਜਾਸੀ। ਅੱਛਾ ਹੁਣ ਤੁਹਾਡਾ ਤਾਂ ਇੱਕ ਤਜਰਬਾ ਹੈ, ਜਿਸ ਤਰੀਕੇ ਪਿਛਲੇ ਸਾਲ ਵੀ ਕਟਾਈ ਕੀਤੀ, 20 ਸਾਲ ਤੋਂ ਕੰਮ ਕਰਦੇ ਪਏ ਹੋ। ਇਸ ਵਾਰੀ ਝਾੜ ਜਿਹੜਾ ਹੈ ਚਾਵਲ ਹੈ ਜਹਾੜ ਕਿਸ ਤਰ੍ਹਾਂ ਦਾ ਹੈ? ਆ ਏਰੀ ਫੈਨ ਦਾ ਜੀ, ਇਹ 60 62 63 ਮਣ 65 ਮਣ ਦੀ ਐਵਰੇਜ ਆ ਰਹੀ ਹੈ। ਹਾਂਜੀ, ਤੇ ਲੇਕਿਨ ਰੇਟ ਦੇ ਬਾਰੇ ਕਿਸਾਨ ਪਿੱਟਦੇ ਪਏ ਨੇ ਵੀ ਰੇਟ ਕੋਈ ਨਹੀਂ, ਤੁਹਾਡਾ ਕੀ ਖਿਆਲ ਹੈ? ਰੇਟ ਕੋਣੀ ਜੀ, ਕਿਸਾਨ ਇਹ ਪਿੱਟਦੇ ਪਏ ਰੇਟ ਕੋਣੀ। ਜਿੰਨੇ ਆਪਾਂ ਖਰਚੇ ਕੀਤੇ ਨੇ ਜੀ ਜੀ, ਉਹਨਾਂ ਰੇਟ ਨਹੀਂ ਲੱਭਦਾ। ਖਰਚਾ ਜ਼ਿਆਦਾ ਹੈ, ਰੇਟ ਥੋੜਾ ਹੈ। ਰੇਟ ਥੋੜਾ ਹੈ। ਰੇਟ ਥੋੜਾ ਇਹ ਜੋ ਜ਼ਿਮੀਦਾਰ ਖਲਾਉਂਦਾ ਪਿਆ ਕਿਸਾਨ, ਹੁਣ ਰੇਟ ਥੋੜਾ। ਤੁਸੀਂ ਅੰਦਾਜ਼ਾ ਲਾਓ ਵੀ ਕੱਲ ਦੋਸਤਾਂ ਦੀ ਕਟਾਈ ਹੋਈ ਤੇ ਮੰਡੀ 'ਚ ਉਹਨਾਂ 2400 ਨੂੰ ਵੇਚੇ ਨੇ। ਹਾਂਜੀ, ਉੱਥੇ ਜਾਂਦੇ ਆ ਤੇ ਜਿਹੜੀ ਢੇਰੀ ਹੁੰਦੀ ਹੈ 1 ਕਿੱਲੇ ਦੀ, ਉਹਦਾ ਰੇਟ ਹੁੰਦਾ 2800 ਰੁਪਈਆ। ਉਹਦੇ ਨਾਲ 5 ਕਿੱਲੇ ਦੀ ਢੇਰੀ ਆ, ਉਹਦਾ ਹੁੰਦਾ 2600।
ਅਗਰ 10 ਕਿੱਲੇ ਦੀ ਹੈ ਤਾਂ ਉਹ ਹੁੰਦੀ ਹੈ 2400 ਦੀ। 2400 ਮਤਲਬ ਜਿੱਡੀ ਵੱਡੀ ਢੇਰੀ ਹੈ ਹਾਂਜੀ। ਉਹਨਾਂ ਰੇਟ ਘੱਟ ਹੈ, ਉਹਨਾਂ ਰੇਟ ਘੱਟ। ਛੋਟੀ ਡੇਅਰੀ ਦਾ ਰੇਟ ਜ਼ਿਆਦਾ ਜ਼ਿਆਦਾ ਹੈ। ਹੈ। ਤੇ ਸ਼ਾਮ ਨੂੰ ਮੰਡੀ ਵਾਲੇ ਐਲਾਨ ਕਰ ਦਿੰਦੇ ਨੇ, ਹਰ ਟਰੈਕਟਰ ਵਾਲੇ ਬਈ ਜਿਹੜੀ ਟਾਪ ਦਾ ਰੇਟ ਹੈ ਨਾ ਉਹ 2800 ਜਾਂ 3000 ਹੈ। ਹਾਲਾਂਕਿ ਉਹ ਛੋਟੀ ਡੇਅਰੀ ਹੁੰਦੀ ਹੈ। ਉਹ ਹਰ ਜ਼ਿਮੀਦਾਰਾਂ ਦਾ ਵੀ ਉਹ 2800 ਨੂੰ ਵਿਕ ਗਈ, ਲੇਕਿਨ ਉਹ ਛੋਟੀ ਡੇਅਰੀ ਹੁੰਦੀ ਕਿੱਲੇ 2 ਏਕੜ ਦੀ, ਉਹ ਤਾਂ ਜ਼ਿਆਦਾ ਰੇਟ ਹੁੰਦਾ ਸਾਰਾ ਜਿਹੜਾ ਹੈ ਨਾ ਨੁਕਸਾਨ ਦਾ ਜ਼ਿਮੀਦਾਰਾਂ ਦਾ। ਜ਼ਿਮੀਦਾਰਾਂ ਨੂੰ। ਖਾਦ ਸਪਰੇ ਹਰ ਸ਼ੈ ਮਹਿੰਗੀ ਹੈ, ਹਾਂਜੀ। ਡੀਜ਼ਲ ਮਹਿੰਗੇ ਨੇ। ਜੀ ਜੀ। ਉਸੇ ਹਿਸਾਬ ਕਿਤਾਬ ਨਾਲ ਮੇਰਾ ਖਿਆਲ ਜਿਹੜੀ ਕਟਾਈ ਦਾ ਰੇਟ ਤੁਸੀਂ ਲੈਂਦੇ ਪਏ ਹੋ ਇਹ ਪਿਛਲੇ ਸਾਲ ਵਾਲੀ ਹੈ। ਪਿਛਲੇ ਸਾਲ ਤੇ ਵਾਲਾ ਡੀਜ਼ਲ ਜਿਹੜਾ 40-50 ਰੁਪਇਆ ਵਧਿਆ ਹੋਇਆ ਹੈ, 50 ਰੁਪਏ ਪਿਛਲੇ ਸਾਲ ਨੂੰ ਵਧਿਆ ਹੋਇਆ। ਵਧਿਆ ਹੋਇਆ ਹੈ। ਹਾਂਜੀ। ਤੇ ਚਲੋ ਤੁਸੀਂ ਵੀ ਹੁਣ ਜ਼ਮੀਂਦਾਰ ਵੀ ਹੋ, ਨਾਲ ਮਸ਼ੀਨ ਮਾਲਕ ਵੀ ਹੋ, ਤੁਸੀਂ ਦੁਆ ਕਰੋ ਜ਼ਮੀਂਦਾਰਾਂ ਦੇ ਹੱਕ 'ਚ ਵੀ ਤੇ ਆਪਣੇ ਹੱਕ 'ਚ ਵੀ ਜ਼ਿਮੀਦਾਰ ਸੌਖਾ ਤਾਂ ਅਸੀਂ ਵੀ ਸੌਖੇ, ਮਸ਼ੀਨਾਂ ਵਾਲੇ ਵੀ ਸੌਖੇ। ਸੌਖੇ। ਜੀ ਜੀ। ਜੇ ਅਗਰ ਰੇਟ ਠੀਕ ਨਾ ਮਿਲੇਗਾ ਤੇ ਮੇਰਾ ਖਿਆਲ ਵੀ ਜ਼ਮੀਂਦਾਰਾਂ ਦੇ ਹਾਲਾਤ ਤਾਂ ਪਹਿਲਾਂ ਹੀ ਬੜੇ ਖਰਾਬ ਨੇ। ਜੀ ਜੀ। ਤੇ ਇਸ ਵਾਰ ਵੀ ਕੱਟੇ ਬੱਚੇ ਵੇਚ ਕੇ ਜਿਹੜੇ ਨੇ ਫੈਨ ਪਕਾਉਂਦੇ ਪਏ ਨੇ, ਹਾਈਬ੍ਰਿਡ ਪਕਾਉਂਦੇ ਪਏ ਨੇ। ਹਾਂਜੀ। ਤੇ ਹੁਣ ਜਿਹੜੇ ਜਿਸ ਤਰੀਕੇ ਤੁਸੀਂ ਦੱਸਿਆ ਵੀ ਪਿਛਲੇ ਸਾਲ ਨਾਲੋਂ ਹਾਈਬ੍ਰਿਡ ਇਸ ਵਾਰੀ 72% ਥੋੜੇ ਨੇ, 75% ਥੋੜਾ। ਮਤਲਬ ਅੱਗੇ 100 ਕਿੱਲਾ ਤਾਂ ਇਸ ਵਾਰੀ 25 ਕਿੱਲੇ ਨੇ। ਤੇ ਇਹ ਤਾਂ ਕਾਫੀ ਫਿਰ ਅਸਰ ਪੈ ਗਿਆ। ਹਾਂਜੀ 1509 ਜ਼ਿਆਦਾ। 1509 ਜ਼ਿਆਦਾ ਹੈ, ਜ਼ਿਆਦਾ ਜੀ। ਕਿਉਂਕਿ ਉਹਦਾ ਜਿਹੜਾ ਰੇਟ ਵੀ ਤਕਰੀਬਨ 4 ਤੋਂ ਲੈ ਕੇ ਤੇ 5000 ਤੱਕ ਹਾਲੀ ਹਾਂਜੀ, ਚੱਲਦਾ ਪਿਆ ਹੈ। ਤੇ ਅੱਲਾਹ ਤਾਲਾ ਖੈਰ ਕਰੇਗਾ ਜੀ। ਠੀਕ ਹੋ ਗਿਆ ਅਹਿਮਦ ਭਾਈ, ਅੱਲਾਹ ਤਾਲਾ ਤੁਹਾਡੀ ਮਸ਼ੀਨ ਨੂੰ ਚੰਗਾ ਚਲਾਵੇ ਤੇ ਮੈਂ ਇਹਦੀ ਪਰਫਾਰਮੈਂਸ ਵਿਖਾ ਲਵਾਂ ਆਪਣੇ ਦੋਸਤਾਂ ਨੂੰ। ਤੇ ਆਓ ਜੀ ਚਲੀਏ ਮਸ਼ੀਨ ਵੱਲੇ। AR 52 ਲੈ ਵੀ ਕਿਸਾਨ ਵੀਰ ਭਰਾਓ, ਟੈਂਕੀ ਭਰੀ ਗਈ ਜੇ ਤੇ ਤੁਹਾਨੂੰ ਵਿਖਾਈਏ ਮੂੰਜੀ ਦੀ ਹਾਲਾਤ ਵੀ ਕਿਸ ਤਰ੍ਹਾਂ ਦੀ ਹੈ। ਐਰੋਸਟਾਰ AR 52 4 ਟਾਪੀ ਮਸ਼ੀਨ। ਆ ਚੈੱਕ ਕਰ ਲਓ, ਬਾਰਿਸ਼ਾਂ ਨੇ ਮਕਈਆਂ ਦਾ ਸਤਿਆਨਾਸ਼ ਕੀਤਾ, ਹਾਲੇ ਤੱਕ ਜ਼ਮੀਨਾਂ ਖਾਲੀ ਪਈਆਂ ਨੇ। ਲੈ ਵੀ ਮਾਸ਼ਾਅੱਲਾ ਦੋਸਤੋ, ਮੂੰਜੀ ਬੜੀ ਪੱਕੀ ਹੋਈ ਹੈ। ਤੇ ਇਰੀ ਫੈਨ ਦੇ ਵਿੱਚ ਨਾ ਕਿਸਾਨ ਵੀਰ ਕੋ ਹਰਾ ਦਾਣਾ ਜਿਹੜਾ ਨਾ ਲਾਜ਼ਮੀ ਹੁੰਦਾ ਜੇ ਅਗਰ ਇਹਨੂੰ ਫੁੱਲ ਜ਼ਿਆਦਾ ਪਕਾਣੇ ਹੈ ਤੇ ਫਿਰ ਜਿਹੜਾ ਹੈ ਨਾ ਮੂੰਜੀ ਡਿੱਗ ਪਵੇਗੀ। ਤੇ ਹੁਣ ਅਗਰ 60 ਮਣ ਨਿਕਲੇਗੀ ਤੇ ਫਿਰ ਇਹ ਨਿਕਲੇਗੀ 40 ਮਣ। ਜਿਸ ਤਰੀਕੇ ਹੁਣ ਟਰਾਲਾ ਖਰੀਦਾ ਪਿਆ ਹੈ, ਮੰਡੀ ਤੇ ਜਾਂਦੇ ਵੇਖਿਆ ਤੇ ਠੀਕ ਹੈ, ਕਿਧਰੋਂ ਤੇ ਰੱਖ ਦਿੱਤਾ ਤੇ ਸਵੇਰ ਤੱਕ ਜਿਹੜਾ ਰੰਗ ਹੈ ਠੀਕ ਹੋ ਜਾਵੇਗਾ। ਤੇ ਕਬੂਟਾ ਮਸ਼ੀਨ ਚੈੱਕ ਕਰ ਲਓ। ਤੇ ਦੋਸਤੋ ਟੈਂਕੀ ਹੋ ਗਈ ਵਿਹਲੀ ਤੇ ਉਸਤਾਦ ਨੂੰ ਨਾਲ ਲੱਗ ਗਈ ਇਤਰੇ ਤੇ ਪਾਣੀ ਪੀਂਦਾ ਪਿਆ ਜਨਾਬ। ਐਰੋਸਟਾਰ AR 52 ਤੇ ਮੂੰਜੀ ਦਾ ਪੱਕ ਚੈੱਕ ਕਰ ਲਓ। ਇਹ ਵੇਖ ਲਓ ਮਾਸ਼ਾਅੱਲਾ। ਤੇ ਚਾਵਲ ਨਾਲ ਮੂੰਜਰ ਭਰੀ ਹੋਈ ਹੈਗੀ ਜੀ। ਤੇ ਕਿਸਾਨ ਵੀਰ ਭਰਾਓ ਮਾਸ਼ਾਅੱਲਾ ਬਹੁਤ ਵਧੀਆ ਪਰਫਾਰਮੈਂਸ ਮਸ਼ੀਨ ਦੀ। ਲੰਮੀ ਪਰਾਲੀ ਜਿਨ੍ਹਾਂ ਦੋਸਤਾਂ ਨੂੰ ਚਾਹੀਦੀ ਹੈ ਆਲੂ ਵਾਸਤੇ ਜਾਂ ਚਾਹੀਦੀ ਹੈ ਆਪਣੇ ਜਾਨਵਰਾਂ ਵਾਸਤੇ ਇਸਤੇਮਾਲ ਕਰ ਸਕਦੇ ਨੇ। ਸਬਜ਼ ਚਾਰੇ ਦੇ ਤੌਰ ਤੇ, ਖੁਸ਼ਕ ਚਾਰੇ ਦੇ ਤੌਰ ਤੇ ਵੀ। ਖੁਸ਼ਕ ਕਰਨੀ ਹੋਵੇ ਤਾਂ ਤੁਸੀਂ ਸੁਕਾ ਸਕਦੇ ਹੋ ਤੇ ਫਿਰ ਇਹਨੂੰ ਕੁਦਰ ਤੇ ਪਾ ਸਕਦੇ ਹੋ ਪੱਠਿਆਂ ਦੇ ਵਿੱਚ।
ਤੇ ਮੈਂ ਆਪਣੇ ਵੀਰ ਨੂੰ ਦੱਸਦਾ ਚੱਲਾਂ ਈਰੀ ਫਾਈਨ ਚੰਗੀ ਮੂੰਜੀ ਜਿਹੜੀ ਹੈ 50 ਤੋਂ 60 ਮਣ ਨਿਕਲਦੀ ਪਈ ਹੈ। ਤੇ ਜੇ ਅਗਰ ਕੋਈ ਮਸ਼ੀਨ ਥੱਕੀ ਹੋਈ ਹੈ ਜਾਂ ਜਿਸ ਤਰੀਕੇ ਮੂੰਜੀ ਡਿੱਗੀ ਹੋਈ ਹੋਵੇ ਤੇ ਫਿਰ ਕਬੂਟਾ ਮਸ਼ੀਨ ਤੋਂ ਨਾ ਕਟਾਈ ਕਰਾਵਣ, ਫਿਰ ਵੱਡੀ ਮਸ਼ੀਨ ਦਾ ਇਸਤੇਮਾਲ ਕਰਨ, ਵਰਨਾ ਉਹਨਾਂ ਦੀ ਪੈਦਾਵਾਰ 40-35 ਮਣ ਨਿਕਲੇ। ਕੋਸ਼ਿਸ਼ ਕਰੋ ਖਲੋਪ ਜਿਹੜੀ ਮੂੰਜੀ ਹੈ ਉਹ ਕਟਾਈ ਕਰੋ ਤਾਂ ਕਿ ਪੈਦਾਵਾਰ ਜਿਹੜੀ ਹੈ ਉਹ ਚੰਗੀ ਨਿਕਲੇ। ਕੋਈ ਵੀ ਫਸਲ ਹੈ ਨਾ ਮੂੰਜੀ ਦੀ, ਉਹ ਅਗਰ ਡਿੱਗ ਪੈਂਦੀ ਹੈ ਤੇ ਝਾੜ ਦਾ ਬੜਾ ਅਸਰ ਪੈਂਦਾ ਹੈ। ਆ ਬਗਲੇ ਚੈੱਕ ਕਰੋ, ਲਾਲੀਆਂ ਚੈੱਕ ਕਰ ਲਓ। ਇਹ ਕੀੜੇ ਪਤੰਗੇ ਜਿਹੜੇ ਨੇ ਇਹ ਆਪਣੀ ਖੁਰਾਕ ਚੁੱਕ ਕੇ ਲੈ ਜਾਂਦੀਆਂ ਨੇ। ਆ ਸਾਹਮਣੇ ਜਨਾਬ ਕਿਸਾਨ ਵੀਰ ਭਰਾ ਜਿਹੜੇ ਨੇ ਰੇੜਾ ਲੈ ਕੇ ਆ ਗਏ ਨੇ, ਇਹਨਾਂ ਪਰਾਲੀ ਚੁੱਕ ਕੇ ਲੈ ਜਾਣੀ ਹੈ। अस्सलाम वालेकुम जी, ਕੀ ਹਾਲ ਚਾਲ ਨੇ? ਅਮਨ ਭਾਈ ਪਰਾਲੀ ਦਾ ਕੀ ਕਰਨਾ ਹੈ? ਮੱਝਾਂ ਪਾਵਣੇ। ਇਹ ਮੈਨੂੰ ਦੱਸੋ ਵੀ ਦੁੱਧ ਦਾ ਕੋਈ ਫਾਇਦਾ ਹੁੰਦਾ? ਦੁੱਧ ਵੱਧਦਾ ਜਾਂ ਘਟਦਾ ਹੈ ਜਾਂ ਡੇਢ ਭਰਾਈ ਹੈ? ਡੇਢ ਭਰਾਈ ਹੈ, ਮਤਲਬ ਵੀ ਗੁਜ਼ਾਰਾ ਕਰਨ ਵਾਸਤੇ। ਗੁਜ਼ਾਰਾ ਕਰਨ ਵਾਸਤੇ। ਲੇਕਿਨ ਫਾਇਦਾ ਨੁਕਸਾਨ ਤਾਂ ਕੋਈ ਨਹੀਂ। ਨੁਕਸਾਨ ਤਾਂ ਕੋਈ ਤੂੜੀ ਨਾਲ ਦਵਾ ਹੈ। ਤੂੜੀ ਨਾਲੋਂ ਚੰਗਾ ਹੈ ਕਿਉਂਕਿ ਤੂੜੀ 'ਚ ਗੱਟਾ ਮਿੱਟੀ ਹੁੰਦੀ ਹੈ, ਇਹ ਗੱਟੇ ਮਿੱਟੀ ਤੋਂ ਪਾਕ ਹੈ, ਪਾ ਕੇ ਮਸਾਵਾ ਲੈ ਆਉਂਦੇ ਫਿਰ ਸਬਜ਼ ਹੈ। ਅੱਛਾ ਕਰੋ ਜੀ। ਤੇ ਮੇਰਾ ਖਿਆਲ ਹੈ ਵੀ ਹੁਣ 3-4 ਮਹੀਨੇ ਤਾਂ ਆਪਣੇ ਐਵੇਂ ਗੁਜ਼ਰਨਗੇ। ਨਹੀਂ ਤਾਂ ਪੱਟੇ ਕਰੇ, ਬਾਕੀ ਇਹ ਵੀ ਗੁਜ਼ਾਰੇ ਮੁਤਾਬਕ ਠੀਕ ਹੈਗਾ ਵੀ। 3-4 ਮਹੀਨੇ ਦਾ ਸੀਜ਼ਨ ਲੱਗ ਜਾ ਸੀਦਾ, ਕਿਉਂਕਿ ਰੋਜ਼ਾਨਾ ਹੀ ਸਾਰੇ ਜਿਹੜੇ ਜ਼ਮੀਂਦਾਰ ਭਰਾ ਹੈਗੇ ਨਾ ਉਹ ਲਾਜ਼ਮੀ ਜਿਹੜਾ ਹੈ ਨਾ ਇਹ ਪਰਾਲੀ ਚੁੱਕਣ ਲਾਜ਼ਮੀ ਜਾਂਦੇ ਨੇ ਜਿੱਥੇ ਵੀ ਮਸ਼ੀਨ ਚੱਲ ਜਾਂਦੀ ਜੀ। ਠੀਕ ਹੋ ਗਿਆ, ਜੋੜੋ, ਅੱਲਾ ਨੂੰ ਯਾਦ ਕਰੇ, ਫੁੱਲ ਕਰ ਲਓ। ਤੇ ਜਿੰਨੇ ਵੀ ਮੇਰੇ ਵੀਰ ਭਰਾ ਹਾਲੀ ਤੋਂ ਪੀਟਰ ਇੰਜਨ ਦਾ ਇਸਤੇਮਾਲ ਕਰਦੇ ਨੇ ਪਾਣੀ ਵਾਸਤੇ ਜਾਂ ਕਰਦੇ ਹੈਗੇ ਨੇ ਜਨਾਬ ਵਾਪੜਾ ਦਾ, ਚੁੱਪ ਕਰਕੇ ਸੋਲਰ ਟਿਊਬਲ ਲਗਾ ਲਓ, ਇੱਕੇ ਵਾਰੀ ਖਰਚਾ ਕਰ ਦਿਓ ਤੇ ਜ਼ਿੰਦਗੀ ਹੋ ਜਾ ਸਣੇ। ਨਹੀਂ ਤਾਂ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ ਉਹ ਬਿਜਲੀ ਦੇ ਬਿੱਲ ਹੀ ਦਿੰਦੇ ਦਿੰਦੇ ਗੁਜ਼ਰ ਜਾਵੇਗੀ। ਇਹ ਚੈੱਕ ਕਰ ਲਓ, ਇੱਥੇ ਕਿਸਾਨ ਵੀ ਭਰਾਵਾਂ ਨੇ ਸਾਹਮਣੇ ਜਨਾਬ ਆਪਣਾ ਸੈਟਅਪ ਲਗਾਇਆ ਹੋਇਆ ਹੈ ਤੇ ਵਾਪੜਾ ਵਾਲੇ ਜਿਹੜੇ ਨੇ ਇਹਨਾਂ ਦਾ ਟਰਾਂਸਫਾਰਮਰ ਲੈ ਗਏ ਸਨ ਤੇ ਹੁਣ ਜਨਾਬ ਉਹ ਸੋਲਰ ਤੇ ਸ਼ਿਫਟ ਹੋਏ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਸੁਖੀ ਗੁਜ਼ਰਦੀ ਪਈ ਹੈ। ਤੇ ਜਿੰਨੇ ਸਪਰੇਅ ਮਹਿੰਗੇ ਨੇ, ਖਾਦਾਂ ਮਹਿੰਗੀਆਂ ਨੇ, ਉਸ ਹਿਸਾਬ ਨਾਲ ਕਿਸਾਨਾਂ ਨੂੰ ਰੇਟ ਫਸਲਾਂ ਦਾ ਨਹੀਂ ਲੱਭਦਾ ਪਿਆ। ਅਗਰ ਰੇਟ ਅੱਛਾ ਹੋਵੇਗਾ ਤਾਂ ਫਿਰ ਤੁਹਾਡੀ ਜ਼ਰਾਤ ਅੱਛੀ ਹੋਵੇਗੀ, ਤੁਹਾਡੇ ਮੁਲਕ ਦੀ ਮੁਆਸ਼ਤ ਅੱਛੀ ਹੋਵੇਗੀ, ਫਿਰ ਹੀ ਸਾਡਾ ਮੁਲਕ ਤਰੱਕੀ ਕਰੇਗਾ, ਸਾਡੀ ਆਵਾਮ ਤਰੱਕੀ ਕਰੇਗੀ, ਸਾਡਾ ਕਿਸਾਨ ਤਰੱਕੀ ਕਰੇਗਾ। ਲੇਕਿਨ ਜੋ ਰੇਟ ਸਾਨੂੰ ਲੱਭਦੇ ਪਏ ਨੇ ਇਹਦੇ ਵਿੱਚ ਤਰੱਕੀ ਵਾਲੀ ਗੱਲ ਕੋਈ ਨਹੀਂ ਹੈਗੀ। ਤੇ ਹੁਣ ਤਾਂ ਅਗਰ ਕਿਸੇ ਸਾਈਡ ਤੇ ਵੇਖੀਏ ਕਿਸੇ ਜ਼ਿਮੀਂਦਾਰ ਕੋਲ ਚੱਜ ਦੀ ਮੱਝ ਹੀ ਨਹੀਂ ਹੈਗੀ, ਸਾਰੀਆਂ ਮੱਝਾਂ ਗਾਵਾਂ ਕੱਟੇ ਬੱਚੇ ਵੇਚ ਕੇ ਜਿਹੜੇ ਨਾ ਕਣਕ ਦੀ ਫਸਲ ਤੇ ਲਾਏ ਨੇ ਲੋਕਾਂ ਨੇ, ਹੁਣ ਮੂੰਜੀ ਦੀ ਤਲਾ ਦਿੱਤੇ ਨੇ, ਇਸੇ ਤਰੀਕੇ ਮਕਈ ਦੀ ਲਾਏ ਨੇ। ਲੇਕਿਨ ਮਕਈ ਦਾ ਰੇਟ ਵੀ ਕੋਈ ਨਹੀਂ, ਬਾਰਿਸ਼ਾਂ ਨੇ ਮਜ਼ੀਦ ਖਰਾਬ ਕਰ ਦਿੱਤਾ। ਤੇ ਹੁਣ ਜਿਹੜੀ ਮੂੰਜੀ ਵਾਲਾ ਰੇਟ ਹੈ ਉਹ ਵੀ ਦਿਨ ਬ ਦਿਨ ਰੇਟ ਡਾਊਨ ਹੀ ਹੈ। ਇਹ ਪਿਛਲੇ ਸਾਲ ਜਿਹੜਾ 3500-3800 ਇਹਦਾ ਰੇਟ ਹੈਗਾ ਸੀ ਫਾਈਨਾਂ ਦਾ, ਤੇ ਇਸ ਵਾਰੀ ਸ਼ੁਰੂ ਵਿੱਚ ਹੀ 3200 ਤੇ ਰਿਵਰਸ ਹੋ ਕੇ 2400, 2500, 2600 ਹੋਇਆ ਪਿਆ, 2700। ਲੇਕਿਨ ਇਹ ਜ਼ੁਲਮ ਹੈ ਤੇ ਇਹਦੇ ਵਿੱਚ ਸਾਰਾ ਗੁਨਾਹ ਸਾਡੀ ਹਕੂਮਤ ਵਕਤ ਦਾ ਹੈ। ਅਗਰ ਹਕੂਮਤ ਖਸੂਸੀ ਤਵੱਜੋ ਦੇਵੇ ਐਕਸਪੋਰਟ ਤੇ, ਫਸਲਾਂ ਐਕਸਪੋਰਟ ਹੋਵਣ ਜਿਹਦੇ ਵਿੱਚ ਮੂੰਜੀ, ਉਸ ਦੇ ਨਾਲ ਨਾਲ ਮਕਈ, ਫਰੂਟ, ਸਬਜ਼ੀਆਂ, ਤੇ ਫਿਰ ਜਨਾਬ ਬਾਹਰੋਂ ਡਾਲਰ ਆਉਣਗੇ ਤੇ ਸਾਡਾ ਖਜ਼ਾਨਾ ਭਰੀਵੇਗਾ ਤੇ ਸਾਡੇ ਹਾਲਾਤ ਬਿਹਤਰ ਹੋਣਗੇ। ਤੇ ਕਿਸਾਨ ਵੀਰ ਭਰਾਓ ਆਪਣੇ ਇਲਾਕੇ ਦੀ ਸੂਰਤ ਹਾਲ ਦੱਸਿਆ ਜੇ, ਤੁਸੀਂ ਕਿਹੜੀ ਮੂੰਜੀ ਲਾਈ ਹੋਈ ਹੈ, ਪਿਛਲੇ ਸਾਲ ਕਿਹੜੀ ਲਾਈ ਸੀ ਤੇ ਪਿਛਲੇ ਸਾਲ ਕਿੰਨਾ ਨੁਕਸਾਨ ਹੋਇਆ ਹੈ, ਤੁਹਾਨੂੰ ਮਕਈ 'ਚ ਕਿੰਨਾ ਨੁਕਸਾਨ ਹੋਇਆ ਹੈ, ਕਣਕ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਤੇ ਸਾਰੀ ਜਨਾਬ ਆਪਣੀ ਕੀਮਤੀ ਰਾਏ ਦੇਵੇ ਜੇ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।